गरेवाल आई इंस्टीट्यूट जो कि सैक्टर 9C चंडीगढ़ विखे स्थित है ਅਤੇ ਆਪਣੇ ਇਲਾਕੇ ਵਿੱਚ ਅੱਖਾਂ ਦੇ ਮਰੀਜ਼ਾਂ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਫਾਊਂਡਰ ਤੇ MD SPS ਗਰੇਵਾਲ ਜੀ ਦੀ ਯੋਗ ਅਗਵਾਈ ਹੇਠ ਗਰੇਵਾਲ ਆਈ ਇੰਸਟੀਚਿਊਟ ਵਿੱਚ ਅੱਖਾਂ ਦੇ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਮਾਡਰਨ ਸਹੂਲਤ ਉਪਲਬਧ ਹੈ। ਸਾਡੀ ਟੀਮ ਵੱਲੋਂ ਗਰੇਵਾਲ ਆਈ ਇੰਸਟੀਚਿਊਟ ਚੰਡੀਗੜ੍ਹ ਦਾ ਦੌਰਾ ਕੀਤਾ ਗਿਆ। ਪੇਸ਼ ਹੈ ਸੰਬੰਧੀ ਇੱਕ रिपोर्ट जो कि पिछले लंबे समय से सेवाएं दे रहे हैं अपने चंडीगढ़ के इस एरिया में। हम लोग देख सकते हैं कि कोरोना के एपिडेमिक में भी इन्होंने बहुत बड़ी सेवाएं जो है यहाँ पर दी हैं। सोशल डिस्टेंस मेंटेन किया है और सैनिटाइज किया है। चाहे हॉस्पिटल की बात कर लें हम, चाहे अपनी मशीनरी की बात कर लें, तो पूरी तरह से सैनिटाइज कर रहे हैं। दर्शकों हेल्थ प्लस प्रोग्राम में तुहाडा स्वागत है। अज असीं तुहानूं मिलान जा रहे हैं डॉक्टर SPS गरेवाल साहब नाल, जिहड़े पिछले लंबे समय तो सेवावां दे रहे हैं गरेवाल आई इंस्टीट्यूट दे विच चंडीगढ़ विखे। डॉक्टर साहब तुहाडा स्वागत है साडे स्पैशल शो च। सत श्री अकाल सारे श्रोतिਆਂ ਨੂੰ ਮੇਰੇ ਕੋਲੋਂ ਫਤਿਹ, ਸਤਿ श्री अकाल, नमस्कार। ਤੇ ਮੈਂ ਡਾਕਟਰ SPS गरेवाल ਚੰਡੀਗੜ੍ਹ ਤੋਂ ਤੇ ਅੱਜ ਮੈਂ ਕੁਝ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗਾ। डॉक्टर साहब JCI ਕੀ ਹੈ ਜਿਸ ਦੇ ਨਾਲ ਅੱਜ ਅਸੀਂ ਦੇਖ ਰਹੇ ਹਾਂ ਕਿ ਇਸ ਹਸਪੀਟਲ ਦੇ ਵਿੱਚ ਇੱਕ ਨਵੀਂ ਜਾਨ ਜਿਹੜੀ ਫੂਕ ਰਹੀ ਹੈ? JCI है जॉइंट कमीशन इंटरनेशनल। सो ਜਦੋਂ ਵੀ ਕੋਈ ਚੀਜ਼ ਹੁੰਦੀ ਹੈ ਕਿ ਉਹਨੂੰ ਇੱਕ ਤਰ੍ਹਾਂ ਦੀ ਸਰਟੀਫਿਕੇਸ਼ਨ ਦੇਣ ਲਈ ਤੇ ਇਹ ਦੱਸਣ ਲਈ ਵੀ ਇਹ ਚੀਜ਼ ਕਿਸ ਪੱਧਰ ਤੇ ਆ ਰਹੀ ਆ, ਉਹਦੇ ਲਈ ਸਰਟੀਫਿਕੇਸ਼ਨ ਹੁੰਦੀਆਂ। ਜਿਵੇਂ NABH ਹੈਗੀ ਆ, ਉਹ ਅੱਜਕੱਲ ਨੈਸ਼ਨਲ ਸਰਟੀਫਿਕੇਸ਼ਨ ਹੈਗੀ ਆ, ਪਰ ਅਸੀਂ ਉਸ ਵੇਲੇ ਦੇ ਕੁਆਲਿਟੀ ਦੇ ਪਿੱਛੇ ਪਏ ਹੋਏ ਆ ਜਦੋਂ NABH ਹਜੇ ਸ਼ੁਰੂ ਨਹੀਂ ਸੀ ਹੋਇਆ। JCI ਜਿਹੜਾ ਹੈਗਾ ਇਹ ਸੰਸਥਾਨ ਅਮਰੀਕਾ ਦੀ ਹੈਗੀ ਆ ਤੇ ਅਮਰੀਕਾ ਦੇ ਜਿਹੜੇ ਹਸਪਤਾਲ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਆ, ਉਹ ਕਿਸ ਪੱਧਰ ਤੇ ਕੰਮ ਕਰਦੇ ਆ, ਉਹਨਾਂ ਦਾ ਸਾਰਾ ਰਿਕਾਰਡ ਕੀਪਿੰਗ ਦਾ ਜਿਹੜਾ ਹੈਗਾ ਸਾਰਾ ਕਿਸ ਤਰ੍ਹਾਂ ਹੈਗਾ, ਉਹ JCI ਦੇਖਦੀ ਆ। ਤੇ ਅਸੀਂ ਅੱਜ ਤੋਂ 18 ਸਾਲ ਪਹਿਲਾਂ JCI ਨੂੰ ਕੰਟੈਕਟ ਕੀਤਾ। ਅਸੀਂ JCI ਤੋਂ ਪੁੱਛਿਆ ਵੀ ਉਹ ਕੀ ਚਾਹੁੰਦੇ ਹੈਗੇ ਨੇ ਹਸਪੀਟਲ ਤੋਂ। ਉਹਨਾਂ ਨੇ ਸਾਨੂੰ ਸਾਰਾ ਆਪਣੇ ਕਾਗਜ਼ ਦਿੱਤੇ ਕਿ ਵੀ ਇਹ ਜੇ ਹਸਪਤਾਲ ਹੈਗਾ ਤਾਂ ਅਸੀਂ ਸੋਚਦੇ ਹਾਂ ਕਿ ਹਸਪਤਾਲ ਅਮਰੀਕਾ ਦੇ ਸਟੈਂਡਰਡ ਦਾ ਹੈਗਾ। ਫਿਰ ਸਾਨੂੰ 1 ਸਾਲ ਲੱਗਿਆ ਉਹ ਸਾਰਾ ਕੁਝ ਸੈਟਅਪ ਕਰਨ ਲਈ। ਉਹ ਬਹੁਤ ਕੁਝ ਹੁੰਦਾ ਹੈਗਾ ਇਹਦੇ 'ਚ। ਤੁਸੀਂ EMPLOYEES ਨੂੰ ਕਿਵੇਂ ਦੇਖਦੇ ਹੋ, ਤੁਸੀਂ ਪੇਸ਼ੈਂਟ ਦੀ ਹੈਂਡਲਿੰਗ ਕਿਵੇਂ ਕਰਦੇ ਹੋ, ਸੇਫਟੀ ਤੇ ਬਹੁਤ ਜ਼ੋਰ ਹੁੰਦਾ। ਜੋ ਵੀ ਕੰਮ ਸਾਡੀ ਆਰਗੇਨਾਈਜੇਸ਼ਨ 'ਚ ਹੁੰਦਾ ਹੈਗਾ ਉਹ ਲਿਖਿਆ ਹੋਇਆ ਹੈਗਾ। ਉਹਦੇ ਨਾਲ ਕੀ ਹੈਗਾ ਕਿ ਕੋਈ ਵੀ ਬੰਦਾ ਹੈਗਾ ਉਹਨੂੰ ਪੜ੍ਹ ਕੇ ਸਾਰੇ ਸਾਡੇ ਸਟਾਫ ਦੇ ਬੰਦੇ ਉਹੀ ਕੰਮ ਉਸੇ ਤਰੀਕੇ ਨਾਲ ਕਰਨਗੇ। ਉਹਦੇ 'ਚ ਇਹ ਨਹੀਂ ਫਰਕ ਪੈਂਦਾ ਕਿ ਅਜੇ ਬੰਦਾ ਇੱਥੇ ਆ, ਦੂਜਾ ਚਲਾ ਗਿਆ, ਇੱਕ ਚਲਾ ਗਿਆ, ਇੱਕ ਆ ਗਿਆ। ਪਰ ਜੋ ਸਾਡਾ ਸਿਸਟਮ ਹੈਗਾ ਉਹ ਉਸੇ ਤਰ੍ਹਾਂ ਚੱਲਦਾ, ਉਸੇ ਪੱਧਰ ਤੇ ਚੱਲਦਾ ਹੈਗਾ ਜਿਸ ਪੱਧਰ ਤੇ ਅਮਰੀਕਾ ਦੇ ਸਾਰੇ ਹਸਪਤਾਲ ਚੱਲਦੇ ਨੇ। ਤੇ ਹਿੰਦੁਸਤਾਨ ਦੇ ਵਿੱਚ ਸਾਡਾ ਹਸਪੀਟਲ ਸਭ ਤੋਂ ਪਹਿਲਾ ਆਈ ਹਸਪੀਟਲ ਸੀਗਾ ਜਿਹਨੂੰ JCI ਤੋਂ ਮਾਨਤਾ ਪ੍ਰਾਪਤ ਹੋਈ ਸੀਗੀ। ਜਦੋਂ ਉਹਨਾਂ ਦੀ ਟੀਮ 3 ਸਾਲ ਬਾਅਦ ਆਉਂਦੀ ਆ, ਅਮਰੀਕਾ ਤੋਂ ਆਉਂਦੇ ਨੇ, 2 ਜਾਂ 3 ਉਹਨਾਂ ਦੇ ਸਰਵੇਅਰ ਹੁੰਦੇ ਨੇ, ਉਹ ਸਾਡੇ ਕੋਲ 2 ਜਾਂ 3 ਦਿਨ ਲਾ ਕੇ ਜਾਂਦੇ ਨੇ। ਪਿਛਲੀ ਵਾਰ ਜਿਹੜੇ ਆਏ ਸੀਗੇ ਉਹ ਬਹੁਤ ਸੀਨੀਅਰ ਬੰਦੇ ਸੀਗੇ, ਉਹ ਮਿਲਟਰੀ ਦੇ ਬੜੇ ਹਸਪਤਾਲਾਂ 'ਚ ਕੰਮ ਕਰਦੇ ਰਹੇ ਸੀਗੇ। ਤੇ ਉਹਨਾਂ ਨੇ ਆ ਕੇ ਫਿਰ ਉਹ ਸਟਾਫ ਨਾਲ ਇੰਟਰਵਿਊ ਲੈਂਦੇ ਆ, ਸਾਡੇ ਸਾਡਾ ਰਿਕਾਰਡ ਦੇਖਦੇ ਆ, ਇੱਕ ਚੀਜ਼ ਦੇਖਦੇ ਆ। ਤੇ ਉਹਨਾਂ ਨੇ ਸਾਡਾ ਸਾਰਾ ਹਸਪਤਾਲ ਦੇਖ ਕੇ ਜਾਣ ਲੱਗੇ। ਉਹਨਾਂ ਨੇ ਕੁਝ ਕਿਹਾ ਜਿਹੜਾ ਮੈਨੂੰ ਬੜਾ ਚੰਗਾ ਲੱਗਿਆ। ਕਹਿੰਦੇ ਡਾਕਟਰ गरेवाल ਤੁਸੀਂ ਅਮਰੀਕਾ 'ਚ ਆਪਦੀ ਬ੍ਰਾਂਚ ਕਿਉਂ ਨਹੀਂ ਖੋਲ੍ਹਦੇ? ਡਾਕਟਰ ਸਾਹਿਬ ਇਹ ਹਸਪੀਟਲ ਜਿਹੜਾ ਕਿ ਹਰ ਸਮੇਂ ਖੜਾ ਰਹਿੰਦਾ ਲੋਕਾਂ ਦੇ ਨਾਲ ਔਰ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਬਹੁਤ ਹੀ ਵੱਡੀ ਸੇਵਾ ਔਰ ਪੇਸ਼ੈਂਟਸ ਨੂੰ ਸੇਫਟੀ ਦੇ ਉੱਤੇ ਬੜਾ ਧਿਆਨ ਰੱਖ ਕੇ ਇਸ ਹਸਪੀਟਲ ਨੇ ਕੰਮ ਕੀਤਾ, ਉਹਦੇ ਬਾਰੇ ਕੀ ਕਹਿਣਾ ਚਾਹੋ? ਅਸ ਪਹਿਲੇ ਦਿਨ ਤੋਂ ਹੀ ਡਾਕਟਰ ਹੋਣ ਕਰਕੇ ਸਾਡਾ ਜਿਹੜਾ ਸੀਗਾ ਸੇਫਟੀ ਕਰਨੀ ਹਮੇਸ਼ਾ ਪੂਰਾ ਧਿਆਨ ਰਿਹਾ ਹੈਗਾ।
ਕੋਵਿਡ ਟਾਈਮ ਦੇ ਵਿੱਚ ਜ਼ਿਆਦਾ ਜ਼ਰੂਰੀ ਹੈਗਾ ਕਿ ਇਹਦੀਆਂ ਪ੍ਰੀਕਾਸ਼ਨ ਪੂਰੀਆਂ ਲਈਆਂ ਜਾਣ। ਸੋ ਜੋ ਵੀ ਮਿਨਿਸਟਰੀ ਆਫ ਹੈਲਥ ਦੀਆਂ ਗਾਈਡਲਾਈਨ ਸੀਗੀਆਂ ਅਸੀਂ ਸਾਰੀਆਂ ਕੰਪਲੀਟਲੀ ਉਸੇ ਤਰ੍ਹਾਂ ਨਾਲ ਕੀਤੀਆਂ ਹੋਈਆਂ ਨੇ। ਅਪਾਇੰਟਮੈਂਟ ਅੱਧੀਆਂ ਕਰਤੀਆਂ ਸੀਗੀਆਂ, ਸੀਟਾਂ ਅੱਧੀਆਂ ਬਲੌਕ ਕੀਤੀਆਂ ਨੇ। ਸਾਡੇ ਤੁਸੀਂ ਦੇਖਿਆ ਹੋਣਾ ਸਕਰੀਨ ਤੇ ਉਹ ਦਿਖਾਇਆ ਸਰੋਤਿਆਂ ਨੂੰ ਕਿ ਵੀ ਸਾਡੇ ਕੋਲ ਲਾਈਵ ਸਟੇਟਸ ਆਉਂਦਾ ਹੈਗਾ ਕਿ ਸਾਡੇ ਇਸ ਵੇਲੇ ਬਿਲਡਿੰਗ ਦੇ ਵਿੱਚ ਕਿੰਨੇ ਪੇਸ਼ੈਂਟ ਹੈਗੇ, ਕਿਹੜੇ ਫਲੋਰ ਤੇ ਕਿੰਨੇ ਪੇਸ਼ੈਂਟ ਆ। ਤੇ ਜਦੋਂ ਉਹਨਾਂ ਦਾ ਨੰਬਰ ਵੱਧਦਾ ਹੈਗਾ ਤਾਂ ਕਲਰ ਰੰਗ ਚ ਰੈਡ ਆ ਜਾਂਦਾ, ਤਾਂ ਅਸੀਂ ਫਿਰ ਹੋਰ ਪੇਸ਼ੈਂਟ ਜਿਹੜੇ ਅੰਦਰ ਆ ਰਹੇ ਉਹਨਾਂ ਨੂੰ ਫਿਰ ਬਾਹਰ ਵੇਟ ਕਰਾਉਣੇ ਹੈਗੇ ਆ। ਸੈਨੀਟਾਈਜ਼ਰ ਹਰੇਕ ਥਾਂ ਤੇ ਹੈਗੇ ਆ। ਮਾਸਕ ਤੋਂ ਬਿਨਾਂ ਅਸੀਂ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦੇ। ਜੇ ਮਾਸਕ ਨਹੀਂ ਹੈਗਾ ਅਟੈਂਡੈਂਟ ਇੱਕ ਅਲਾਉ ਕਰਦੇ ਹੈਗੇ, ਬਾਕੀ ਜਿਹੜੇ ਅਟੈਂਡੈਂਟ ਉਹ ਵੇਟ ਕਰਦੇ ਹੈਗੇ। ਸੋ ਅਸੀਂ ਆਪਣੇ ਕਰੀਏ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਬਈ ਕਰੋਨਾ ਦੇ ਵਿੱਚ ਅਸੀਂ ਜੋ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰੀਏ। ਤੇ ਹਜੇ ਤੱਕ ਠੀਕ ਹੈਗਾ, ਸਾਡਾ ਸਟਾਫ ਸਾਰਾ ਠੀਕ ਹੈਗਾ ਤੇ ਉਮੀਦ ਆ ਕਿ ਆਉਣ ਵਾਲੇ ਟਾਈਮ ਠੀਕ ਰਹੇਗਾ ਕਿਉਂਕਿ ਅਸੀਂ ਇਹ ਸਾਰੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ। ਤਾਂ ਸਰ ਜਿਸ ਤਰ੍ਹਾਂ ਹਮੇਸ਼ਾ ਤੁਸੀਂ ਕ੍ਰੀਏਟਿਵ ਸੋਚਾਂ ਲੈ ਕੇ ਹਮੇਸ਼ਾ ਕੋਈ ਨਾ ਕੋਈ ਨਵੀਂ ਚੀਜ਼ ਸੋਚਦੇ ਰਹਿੰਦੇ ਹੋ, ਇਸ ਸਾਲ ਦੇ ਵਿੱਚ ਇਸ ਈਅਰ ਦੇ ਵਿੱਚ ਜਿਹੜਾ ਕਿ ਕਰੋਨਾ ਦਾ ਐਪੀਡੈਮਿਕ ਸੀਗਾ, ਫਿਰ ਵੀ ਤੁਸੀਂ ਆਪਣੇ ਆਪ ਨੂੰ ਬੜਾ ਪੋਜ਼ਿਟਿਵਲੀ ਰੱਖਿਆ ਹੈਗਾ। ਇਸ ਸਾਲ ਦੇ ਵਿੱਚ ਕੀ ਨया ਜਿਹੜਾ ਹੈਗਾ ਇਸ ਹਸਪੀਟਲ ਦੇ ਵਿੱਚ ਆਪਾਂ ਲੋਕਾਂ ਦੇ ਲਈ ਸਮਰਪਿਤ ਕੀਤਾ? ਜਦੋਂ ਅਸੀਂ ਆਪਰੇਸ਼ਨ ਕਰਦੇ ਹਾਂ ਤਾਂ ਮਾਈਕਰੋਸਕੋਪ ਤੇ ਆਪਰੇਸ਼ਨ ਕਰਦੇ ਹਾਂ। ਤੁਸੀਂ ਸਰੋਤਿਆਂ ਨੂੰ ਦਿਖਾਇਓ ਫੋਟੋ ਕਿ ਤੁਸੀਂ ਮਾਈਕਰੋਸਕੋਪ ਤੇ ਆਏ ਅੱਖਾਂ ਲਗਾ ਕੇ ਤੇ ਆਪਰੇਸ਼ਨ ਕਰਦੇ ਹੋ ਦੇਖ ਕੇ। ਉਹਦੇ ਨਾਲ ਇੱਕ ਤਾਂ ਵਿਊ ਬੜਾ ਛੋਟਾ ਆਉਂਦਾ ਹੈਗਾ। ਇੱਕ ਵਾਰ ਸਰਜਰੀ ਤੁਸੀਂ ਝੁੱਕ ਕੇ ਕਰਦੇ ਹੋ ਬੜੀ ਮੁਸ਼ਕਿਲ ਹੋ ਜਾਂਦੀ ਹੈ। ਤਾਂ ਉਹਦੇ ਲਈ ਇੱਕ ਨਵੀਂ ਚੀਜ਼ ਆਈ ਹੈ ਜਿਹੜੀ ਕਿ ਮੁਲਕ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਈ ਹੈਗੀ ਆ। ਉਹਨੂੰ ਕਹਿੰਦੇ ਆ 3D ਹੈਡਸ ਅਪ ਡਿਸਪਲੇ। ਉਹਦਾ ਮਤਲਬ ਇਹ ਹੈਗਾ ਕਿ ਅਸੀਂ ਮਾਈਕਰੋਸਕੋਪ ਨਹੀਂ ਵਰਤਦੇ ਇਸ ਵੇਲੇ। ਸਾਡੇ ਕੋਲ ਬਹੁਤ ਵੱਡਾ 60 ਇੰਚ ਦਾ ਟੈਲੀਵਿਜ਼ਨ ਹੈਗਾ ਜਿਹੜਾ 3D ਟੈਲੀਵਿਜ਼ਨ ਹੈਗਾ, ਉਹ ਤੇ ਲੱਗਿਆ ਹੁੰਦਾ ਹੈਗਾ, ਆਪਰੇਸ਼ਨ ਥੀਏਟਰ ਦੇ ਵਿੱਚ ਲੱਗਿਆ ਹੈਗਾ। ਇੱਕ ਛੋਟੀ ਜਿਹੀ ਮਸ਼ੀਨ ਹੈਗੀ ਜਿਹੜੀ ਆਈ ਦੇ ਉੱਤੇ ਆ ਜਾਂਦੀ ਆ, ਉਹ ਸਾਨੂੰ ਅੱਖ ਦੀ ਫੋਟੋ 3 ਡਾਇਮੈਂਸ਼ਨਲ ਸਾਹਮਣੇ ਦਿਖਾਉਂਦੀ ਆ ਤੇ ਅਸੀਂ ਮੋਨੀਟਰ ਤੇ ਦੇਖ ਕੇ ਆਪਰੇਟ ਕਰਦੇ ਹੈਗੇ ਆ ਸਰਜਰੀ। ਉਹਦੇ ਨਾਲ ਇੱਕ ਤਾਂ ਜਿਹੜੀ ਅੱਖ ਇੰਨੀ ਦਿਖਦੀ ਸੀ ਪਹਿਲਾਂ, ਹੁਣ ਇੰਨੀ ਦਿਖਦੀ ਹੈਗੀ ਆ। ਮੈਗਨੀਫਿਕੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਆ। ਲਾਈਟਿੰਗ ਉਹਦੀ ਬਹੁਤ ਵਧੀਆ, ਜਿਵੇਂ ਜਿੰਨੀ ਲਾਈਟ ਅਸੀਂ ਮਾਈਕਰੋਸਕੋਪ 'ਚ ਵਰਤਦੇ ਸੀ ਉਦੋਂ 20% ਲਾਈਟ ਦੇ ਨਾਲ ਅਸੀਂ ਹੁਣ ਆਪਰੇਸ਼ਨ ਕਰ ਸਕਦੇ, ਜਿਹੜੀ ਕਿ ਪੇਸ਼ੈਂਟ ਲਈ ਬਹੁਤ ਸੌਖੀ ਹੈਗੀ। ਅੱਗੇ ਮਾਈਕਰੋਸਕੋਪ ਦੀ ਲਾਈਟ ਬਹੁਤ ਤੇਜ਼ ਹੁੰਦੀ ਸੀ ਤੇ ਅੱਖਾਂ 'ਚ ਬਹੁਤ ਪੈਂਦੀ ਸੀ ਆਪਰੇਸ਼ਨ ਵੇਲੇ। ਪਲੱਸ ਆਪਰੇਸ਼ਨ ਥੀਏਟਰ ਦੇ ਵਿੱਚ ਜਿੰਨੇ ਵੀ ਬੰਦੇ ਮੇਰੇ ਨਾਲ ਮਦਦ ਕਰਾ ਰਹੇ ਨੇ ਸਾਰਿਆਂ ਨੂੰ ਉਹੀ ਕੁਝ ਦਿਖ ਰਿਹਾ ਹੈਗਾ ਆਪਰੇਸ਼ਨ ਬਾਰੇ ਜੋ ਮੈਨੂੰ ਦਿਖ ਰਿਹਾ ਹੈਗਾ। ਹੁਣ ਸਾਡੇ ਕੋਲ ਅਮਰੀਕਾ ਤੋਂ ਡਾਕਟਰ ਆਉਂਦੇ ਨੇ ਟ੍ਰੇਨਿੰਗ ਲਈ। ਸਾਡਾ ਬਹੁਤ ਮਤਲਬ ਇੱਕ ਸਪੈਸ਼ਲ ਹਿੰਦੁਸਤਾਨ 'ਚ ਮੈਂ ਕਹਿ ਸਕਦਾ ਹੈਗਾ ਕਿ ਸਾਡੀ ਅਮਰੀਕਾ ਦੀ ਯੂਨੀਵਰਸਿਟੀ ਦੇ ਨਾਲ ਐਫੀਲੀਏਸ਼ਨ ਹੈਗੀ ਆ, ਨਾਰਥ ਵੈਸਟਰਨ ਯੂਨੀਵਰਸਿਟੀ ਸ਼ਿਕਾਗੋ, ਤੇ ਮੈਂ ਉੱਥੋਂ ਦਾ ਪ੍ਰੋਫੈਸਰ ਵੀ ਹੈਗਾ। ਤੇ ਉੱਥੋਂ ਦੇ ਡਾਕਟਰ ਸਾਡੇ ਕੋਲ ਟ੍ਰੇਨਿੰਗ ਲਈ ਆਉਂਦੇ ਹੈਗੇ ਨੇ। ਤੇ ਉਹ ਜਦੋਂ ਟ੍ਰੇਨਿੰਗ ਲਈ ਆਉਂਦੇ ਆ, ਜੋ ਇਸ ਮਸ਼ੀਨ ਤੇ ਟ੍ਰੇਨਿੰਗ ਮਿਲਦੀ ਹੈ ਉਹਦਾ ਮੁਕਾਬਲਾ ਹੀ ਕੁਝ ਨਹੀਂ ਹੈ। ਕਿ ਜੋ ਕੁਝ ਉਹ ਸਿੱਖ ਰਹੇ ਨੇ ਬੱਚੇ, ਉਹੀ ਨਾਲ ਟ੍ਰੇਨਰ ਦੇਖ ਰਿਹਾ ਹੈਗਾ, ਉਹੀ ਸਾਰਾ ਸਟਾਫ ਦੇਖ ਰਿਹਾ ਹੈਗਾ। ਬਹੁਤ ਵਧੀਆ ਚੀਜ਼ ਹੈਗੀ ਆ ਇਹ। ਤੇ ਅਸੀਂ ਇਹਦੇ ਨਾਲ ਜਿਹੜਾ ਸਰਜਰੀ ਦਾ ਜਿਹੜਾ ਹੈਗਾ ਸਾਡੇ ਰਿਜ਼ਲਟ ਹੋਰ ਵੀ ਬਹੁਤ ਵਧੀਆ ਹੋ ਗਏ। ਜੇ ਆਪਾਂ ਗੱਲ ਕਰੀਏ ਇਸ ਹਸਪੀਟਲ ਦੀ ਮਾਡਰਨਾਈਜੇਸ਼ਨ ਦੀ, ਔਰ ਜਿੱਦਾਂ ਤੁਸੀਂ ਨਹੀਂ ਤੋਂ ਨਹੀਂ ਜਿਸ ਤਰੀਕੇ ਦੇ ਨਾਲ ਇਹ 3 ਡਾਇਮੈਂਸ਼ਨਲ ਜਿਹੜਾ ਹੈਗਾ ਸੇਵਾ ਦੇ ਵਿੱਚ ਲੋਕਾਂ ਦੇ ਲੈ ਕੇ ਆਏ ਹੋ ਆਪਰੇਸ਼ਨ ਦੇ ਲਈ, ਦੱਸੋ ਉਹਦੇ ਬਾਵਜੂਦ ਵੀ ਜਿਹੜਾ ਪੌਪ ਫ੍ਰੈਂਡਲੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਹਸਪੀਟਲ ਹਮੇਸ਼ਾ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਜਿਹੜੇ ਰੇਟਸ ਹੈਗੇ ਆ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਮੇਨਟੇਨ ਕਰਕੇ ਰੱਖਦਾ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਲਾਂਕਿ ਮਸ਼ੀਨਰੀ ਜਿਹੜੀ ਵਰਲਡ ਕਲਾਸ, ਲੇਕਿਨ ਰੇਟਸ ਜਿਹੜੇ ਹੈਗੇ ਆ ਉਹ ਮਤਲਬ ਬਿਲਕੁਲ ਹੀ ਮਤਲਬ ਨਾਰਮਲ ਬੰਦਾ ਵੀ ਜਿਹੜਾ ਹੈਗਾ ਉਹਨਾਂ ਨੂੰ ਛੂ ਸਕਦਾ। ਦੇਖੋ, ਤੁਸੀਂ ਜੇ ਕੋਈ ਚੀਜ਼ ਚੰਗੀ ਬਣਾਉਣੀ ਹੋ ਉਹ ਹਰੇਕ ਦੀ ਪਹੁੰਚ 'ਚ ਵੀ ਹੋਣੀ ਚਾਹੀਦੀ ਹੈ। ਜੇ ਤੁਸੀਂ ਬਹੁਤ ਵਧੀਆ ਚੀਜ਼ ਬਣਾਤੀ ਤਾਂ ਕਿਸੇ ਦੀ ਪਹੁੰਚ ਨਹੀਂ ਤਾਂ ਕੀ ਫਾਇਦਾ? ਸੋ ਇਹ ਤਾਂ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਆਪਣੀ ਜਨਤਾ ਦੀ ਪਹੁੰਚ ਦੇ ਵਿੱਚ ਰੱਖੋ। ਦੱਸੋ ਅੱਜ ਕੱਲ੍ਹ ਅੱਖਾਂ ਦੇ ਕਿਹੜੇ ਪੇਸ਼ੈਂਟ ਜਿਹੜੇ ਹੈਗੇ ਇੱਥੇ ਹੋ ਰਹੇ? ਸਾਡਾ ਜਿਹੜਾ ਹੈਗਾ ਕੰਪਲੀਟ ਕੰਪਰੀਹੈਂਸਿਵ ਹੈਗਾ। ਅਸੀਂ ਅੱਖਾਂ ਦੀ ਹਰ ਬਿਮਾਰੀ ਦਾ ਇਲਾਜ ਕਰਦੇ ਹਾਂ। ਸਾਡਾ 10 ਡਾਕਟਰਾਂ ਦਾ ਗਰੁੱਪ ਹੈਗਾ। ਜਿਵੇਂ ਮੈਂ ਚਿੱਟੇ ਮੋਤੀ ਦੇ ਆਪਰੇਸ਼ਨ ਕਰਦਾ, ਐਨਕ ਉਤਾਰਨ ਦੇ ਆਪਰੇਸ਼ਨ ਕਰਦਾ ਹੈਗਾ। ਡਾਕਟਰ ਸਰਤਾਜ ਹੈਗੇ ਨੇ, ਉਹ ਚਿੱਟੇ ਮੋਤੀ ਦੇ ਤੇ ਐਨਕ ਉਤਾਰਨ ਦੇ ਕਰ ਰਹੇ ਆ। ਡਾਕਟਰ ਸੋਨਮ ਨੇ ਉਹ ਆਈ ਟ੍ਰਾਂਸਪਲਾਂਟ, ਕੋਰਨੀਆ ਟ੍ਰਾਂਸਪਲਾਂਟ, ਕੋਰਨੀਆ ਦਾ ਕੰਮ, ਕੈਟਰੈਕਟ ਦਾ ਕੰਮ ਕਰਦੇ ਨੇ। ਸਾਡੀ ਰੈਟਨਾ ਕਲੀਨਿਕ ਦੇ ਵਿੱਚ ਡਾਕਟਰ ਮੰਗਤ ਡੋਗਰਾ ਨੇ ਜਿਹੜੇ ਕਿ PGI ਆਈ ਡਿਪਾਰਟਮੈਂਟ ਦੇ ਹੈਡ ਆਫ ਦ ਡਿਪਾਰਟਮੈਂਟ ਰਹੇ ਨੇ, ਉਹ ਰੈਟਨਾ ਦਾ ਕੰਮ ਕਰਦੇ ਆ ਤੇ ਉਹਨਾਂ ਦੇ ਨਾਲ ਮਦਦ ਕਰਦੇ ਨੇ ਡਾਕਟਰ ਮਨਪ੍ਰੀਤ ਕੌਰ ਤੇ ਡਾਕਟਰ ਮਾਨਸੀ। ਤੇ ਸਾਡੇ ਗਲਾਕੋਮਾ ਦੇ ਵਿੱਚ ਡਾਕਟਰ ਮੋਨਿਕਾ ਹੈਗੇ ਨੇ, ਉਹ ਕਾਲੇ ਮੋਤੀਆਂ ਦੇ ਸਾਰੇ ਕੇਸ ਦੇਖਦੇ ਨੇ। ਉਹਨਾਂ ਦੀ ਮਦਦ ਦੇ ਨਾਲ ਡਾਕਟਰ ਨੇਹਾ ਹੈਗੇ ਨੇ।
ਡਾਕਟਰ ਨੇਹਾ ਜਿਹੜੇ ਹੈਗੇ ਨੇ ਉਹ ਸਕੁਇੰਟ ਦੇ ਭੈਂਗੇਪਨ ਦੇ ਤੇ ਅੱਖ ਦੀ ਜਿਹੜੀ ਨਾੜੀ ਦਿਮਾਗ ਤੱਕ ਜਾਂਦੀ ਆਪਟਿਕ ਨਰਵ ਉਹਦੇ ਐਕਸਪਰਟ ਹੈਗੇ ਆ, ਪਲੱਸ ਬੱਚਿਆਂ ਦਾ ਜਿਹੜਾ ਹੈਗਾ ਉਹ ਦੇਖਦੇ ਹੈਗੇ ਨੇ। ਸੋ ਇਸ ਤਰ੍ਹਾਂ ਨਾਲ ਸਾਡੇ ਸਾਰਿਆਂ ਦੇ ਡਾਕਟਰ ਅਭਿਲਾਸ਼ਾ ਹੈਗੇ ਨੇ ਉਹ ਆਕਲੋਪਲਾਸਟੀ ਦਾ ਦੇਖਦੇ। ਸੋ ਇਸ ਤਰ੍ਹਾਂ ਨਾਲ ਸਾਡੀ ਟੀਮ ਹੈਗੀ ਆ। ਤੇ ਜਿਵੇਂ ਮੇਰੇ ਕੋਲ ਪੇਸ਼ੈਂਟ ਕੋਈ ਆਇਆ ਕਿ ਡਾਕਟਰ ਗਰੇਵਾਲ ਨੂੰ ਦਿਖਾਣਾ, ਮੈਂ ਦੇਖਿਆ ਉਹਨੂੰ ਪੜਦੇ ਤੇ ਸ਼ੂਗਰ ਦਾ ਅਸਰ ਹੈਗਾ, ਤਾਂ ਮੈਂ ਉਹਨੂੰ ਦੇਖ ਕੇ ਰੈਟਨਾ ਕਲੀਨਿਕ ਦੀ ਨਾਲ ਮਦਦ ਲਵਾਂਗਾ। ਤੇ ਜਿਹੜਾ ਇੱਕ ਮਰੀਜ਼ ਆਉਂਦਾ ਹੈਗਾ ਉਹਨੂੰ ਆਪਣੇ ਜਿਹੜੀ ਵੀ ਕਿਸਮ ਦੀ ਬਿਮਾਰੀ ਹੈਗੀ ਉਹਦੇ ਐਕਸਪਰਟ ਬੰਦੇ ਦਾ ਓਪੀਨੀਅਨ ਮਿਲ ਜਾਂਦਾ, ਪਲੱਸ ਉਸ ਤਰ੍ਹਾਂ ਦੇ ਸਾਰੇ ਟੈਸਟ ਹੋ ਜਾਂਦੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਕੀ ਮੈਸੇਜ ਰਹੂਗਾ ਸਾਡੇ ਦਰਸ਼ਕਾਂ ਨੂੰ ਤੁਹਾਡਾ ਕਿ ਅੱਜ ਦੇ ਜਦੋਂ ਕਿ ਹਰ ਬੰਦਾ ਜਿਹੜਾ ਹੈਗਾ ਉਹ ਆਨਲਾਈਨ ਹੈਗਾ, ਹਰ ਇੱਕ ਬੰਦੇ ਦੇ ਕੋਲੇ ਮੋਬਾਈਲ, ਹਰ ਇੱਕ ਬੰਦੇ ਦੇ ਕੋਲੇ ਟੀਵੀ, ਟੈਬਸ ਦੇ ਉੱਤੇ ਕੰਮ ਕਰ ਰਹੇ ਹੈਗੇ ਆ, ਜਿਹੜੇ ਸਕੂਲਸ ਹੈਗੇ ਆ ਉਹ ਵੀ ਅੱਜ ਕੱਲ੍ਹ ਆਨਲਾਈਨ ਹੋ ਚੁੱਕੇ ਹੈਗੇ ਆ, ਤੇ ਇਹੋ ਜਿਹੇ ਸਮੇਂ ਦੇ ਵਿੱਚ ਤੁਸੀਂ ਅੱਜ ਆਈ ਕੀ ਕਹਿਣਾ ਚਾਹੋਗੇ? ਅੱਜ ਦੀ ਘੜੀ ਮੈਂ ਦੋ ਚੀਜ਼ਾਂ ਕਹਿਣੀਆਂ ਚਾਹਾਂਗਾ। ਇੱਕ ਤਾਂ ਦੀਵਾਲੀ ਨੇੜੇ ਹੈਗੀ ਆ, ਸੋ ਸਾਰਿਆਂ ਲਈ ਗੁਜ਼ਾਰਿਸ਼ ਹੈ ਕਿ ਪਟਾਕੇ ਨਾ ਵਜਾਓ, ਕਿਉਂਕਿ ਕਰੋਨਾ ਕਰਕੇ ਬਹੁਤ ਲੋਕਾਂ ਨੂੰ ਕਰੋਨਾ ਹੋਇਆ ਤੇ ਤਕਰੀਬਨ ਹਰੇਕ ਦੇ ਲੰਗਸ ਦੇ ਉੱਤੇ, ਫੇਫੜਿਆਂ ਦੇ ਉੱਤੇ ਕੁਝ ਨਾ ਕੁਝ ਅਸਰ ਹੈਗਾ। ਤੇ ਅਸੀਂ ਜੇ ਹੋਰ ਪਟਾਕੇ ਚਲਾ ਕੇ ਹੋਰ ਧੂਆਂ ਕਰਾਂਗੇ ਤਾਂ ਉਹਨਾਂ ਸਾਰਿਆਂ ਲਈ ਬਹੁਤ ਔਖਾ ਹੋਏਗਾ। ਸੋ ਪਟਾਕੇ ਘੱਟ ਤੋਂ ਘੱਟ ਵਜਾਣੇ ਆ। ਪਲੱਸ ਮੈਂ ਆਪਣੇ ਪਿਛਲੇ 40 ਸਾਲ ਦੇ ਕੈਰੀਅਰ 'ਚ ਹਰ ਦੀਵਾਲੀ ਤੇ ਦੇਖਦਾ ਹੈਗਾ ਕਿ 25, 30, 40 ਲੋਕੀ ਆਉਂਦੇ ਆ ਕਿ ਪਟਾਕੇ ਵੱਜੇ, ਅੱਖ ਤੇ ਨਿਗਾਹ ਚਲੀ ਗਈ। ਬੜੀ ਤਕਲੀਫ ਹੁੰਦੀ ਹੈ ਕਿ ਬੜਾ ਦਰਦ ਮਹਿਸੂਸ ਹੁੰਦਾ ਹੈਗਾ ਕਿ ਜਿਹੜੀ ਚੀਜ਼ ਅਵੋਇਡ ਹੋ ਸਕਦੀ ਸੀਗੀ ਉਹ ਅਵੋਇਡ ਕੀਤੀ ਜਾਣੀ ਚਾਹੀਦੀ ਹੈਗੀ ਆ। ਸੋ ਕੋਸ਼ਿਸ਼ ਰੱਖੋ ਕਿ ਪਟਾਕੇ ਨਾ ਚਲਾਓ, ਫੁੱਲਝੜੀਆਂ ਵਗੈਰਾ ਨਾ ਚਲਾਓ, ਆਰਾਮ ਦੀ ਦੀਵਾਲੀ ਜਿਹੜੀ ਹੈਗੀ ਆ ਪ੍ਰੇਅਰਸ ਕਰਕੇ ਪੂਰੀ ਕਰੋ। ਦੂਜੀ ਚੀਜ਼ ਜਿਹੜੀ ਹੈਗੀ ਆ ਕਿ ਅੱਜ ਕੱਲ ਕਿਉਂਕਿ ਆਨਲਾਈਨ ਹੋ ਗਿਆ ਕੰਮ ਸਾਰਾ, ਬੱਚੇ ਉਹਦੇ ਤੇ ਹੈਗੇ ਨੇ, ਟੀਚਰ ਉਹਦੇ ਤੇ ਹੈਗੇ ਨੇ। ਮੇਰੇ ਹਿਸਾਬ ਨਾਲ ਇਹ ਬੜਾ ਵਧੀਆ ਸਿਸਟਮ ਹੈਗਾ, ਕੋਈ ਇਹਦੇ 'ਚ ਕੋਈ ਨੁਕਸਾਨ ਵਾਲੀ ਗੱਲ ਨਹੀਂ। ਪਰ ਪ੍ਰੋਬਲਮ ਉਦੋਂ ਆਉਂਦੀ ਹੈ ਕਿ ਜਦੋਂ ਬੱਚਾ 4 ਘੰਟੇ ਪੜ੍ਹਾਈ ਕਰਦਾ ਹੈਗਾ ਤੇ ਫਿਰ 6 ਘੰਟੇ ਬੈਠ ਕੇ ਵੀਡੀਓ ਗੇਮ ਖੇਲਦਾ ਹੈਗਾ, ਉਹ ਨਹੀਂ ਹੋਣਾ ਚਾਹੀਦਾ ਹੈਗਾ। ਜਿਹੜਾ ਬੱਚੇ ਦਾ ਸਕੂਲ ਦਾ ਕੰਮ ਹੈਗਾ, ਜਿਹੜਾ ਬੱਚੇ ਦਾ ਪੜ੍ਹਾਈ ਦਾ ਕੰਮ ਹੈਗਾ, ਉਹ ਸਕਰੀਨ ਤੇ ਕਰ ਰਿਹਾ ਹੈਗਾ, ਉਹਦਾ ਡਿਸਟੈਂਸ ਠੀਕ ਰੱਖਿਆ ਹੋਇਆ ਹੈਗਾ, ਉਹਦੀ ਲਾਈਟ ਠੀਕ ਹੈਗੀ ਆ, ਕਮਰੇ ਦੀ ਲਾਈਟਿੰਗ ਠੀਕ ਹੈਗੀ ਆ, ਉਹਦੇ ਤੇ ਤੁਹਾਨੂੰ ਬਾਹਲਾ ਰਿਸਟ੍ਰਿਕਸ਼ਨ ਦੀ ਜਾਂ ਸੋਚਣ ਦੀ ਜ਼ਰੂਰਤ ਨਹੀਂ ਹੈਗੀ। ਜੇ ਬੱਚਾ ਬਿਲਕੁਲ ਨੇੜੇ ਕਰਕੇ ਦੇਖ ਰਿਹਾ ਉਹ ਗਲਤ ਹੈਗਾ, ਜੇ ਬੱਚਾ ਟਿਕ ਲਗਾ ਕੇ ਦੇਖ ਰਿਹਾ ਉਹ ਗਲਤ ਹੈਗਾ, ਜੇ ਬੱਚਾ ਵੀਡੀਓ ਗੇਮ ਖੇਲ ਰਿਹਾ ਹੈਗਾ ਤਾਂ ਉਹ ਗਲਤ ਹੈਗਾ। ਉਹ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ। ਪਰ ਜੋ ਆਪਣਾ ਪੜ੍ਹਾਈ ਦਾ ਕੰਮ ਕਰ ਰਹੇ ਹੈਗੇ ਨੇ ਬੱਚੇ, ਉਹਦੇ ਤੇ ਇਹ ਨਹੀਂ ਹੋਣਾ ਚਾਹੀਦਾ ਕਿ ਜੇ ਅੱਖਾਂ ਖਰਾਬ ਹੋ ਜਾਣਗੀਆਂ ਇਹਨੂੰ ਸਕੂਲ ਦਾ ਕੰਮ ਨਾ ਕਰੋ, ਉਸ ਤਰ੍ਹਾਂ ਦਾ ਨਹੀਂ ਸੋਚਣਾ ਆਪਾਂ ਨੂੰ। ਡਾਕਟਰ ਤੁਸੀਂ ਸਾਨੂੰ ਅੱਜ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਅਸੀਂ ਚਾਹਾਂਗੇ ਇਸ ਚੈਨਲ ਦੇ ਮਾਧਿਅਮ ਤੇ ਤੁਹਾਡੇ ਸਵਾਲਾਂ ਅਸੀਂ ਲੋਕਾਂ ਨਾਲ ਹਮੇਸ਼ਾ ਸ਼ੇਅਰ ਕਰਦੇ ਰਹੀਏ। ਧੰਨਵਾਦ। थैंक यू सो मच, सारे का बहुत बहुत शुक्रिया। आपका नाम? स्वाति। तो आपको इस हॉस्पिटल में आके कैसा लगा? It's very good. Actually, this is my first visit. Everything is like very systematic. कभी भी कहीं भी कहीं भी वेट नहीं करनी पड़ी, जैसे हमने आगे प्रोसीडिंग्स करते गए वेरी नाइस, जैसे बताया बहुत अच्छा एक्सपीरियंस था। जी आपको इस हॉस्पिटल में आके कैसा लगा? मुझे बहुत अच्छा है। मैडम व्हाट्सएप करें, मैडम को अच्छी है, प्यार से बात करते हैं, प्यार से समझते हैं। ये व्हाट्सएप पे पड़ी है। हाँ पर वैसे सबके ठीक है। गैलरी में जाके। सत श्री अकाल। सत श्री अकाल। आप कब से आइज हॉस्पिटल चला रहे हैं? सिंस 1993। 1993 से आप आइज हॉस्पिटल चला रहे हैं? 10 मिनट। हाँ जी। तो आपको कैसा लगता है, आपका स्टाफ आपके हिसाब से कैसे है सब? Very good, excellent. It's a family. I don't call it a staff, and we don't use the word employee. They are all team members, and it's a non-hierarchical organization. That means nobody here has a boss. हर ਜਿਹੜਾ ਟੀਮ ਮੈਂਬਰ ਹੈਗਾ ਉਹ ਆਪਦਾ ਕੰਮ ਕਰਦਾ ਹੈਗਾ ਤੇ ਆਪਣੇ ਆਪ ਕਰਦਾ ਹੈਗਾ ਤੇ ਬਗੈਰ ਕਿਸੇ ਦੇ ਕਹੇ ਤੇ ਸੁਪਰਵਾਈਜ਼ਰ ਤੋਂ करता है। इतना बड़ा हॉस्पिटल है ये, आइज क्लिनिक एक हॉस्पिटल बहुत बड़ा है। तो आगे आपका और क्या है, क्या इस आइज हॉस्पिटल में अब आप और क्या क्या नए इंस्ट्रूमेंट्स वगैरह और क्या क्या लेके आना चाहेंगे आप? जब से प्रैक्टिस शुरू की है मैंने, तब से अब तक we have been better equipped than any other private or government hospital or institution in the region. Even today, we are better equipped than PGI. So, and this is a continuous process. So, as and when something new comes, जब भी कोई नया इंस्ट्रूमेंट आता है तो उसको हमें 1-2 महीने लगते हैं उसको समझने में कैसे है,
जैसे आज ही एक कंपनी से हो रही थी, उन्होंने अपना इंस्ट्रूमेंट भेजा था मुझे और हमने उसको यूज़ किया 10 दिन के लिए। अभी उसी से बात हो रही थी जब आप ट्राई कर रहे थे, तो मैंने उनको बता दिया कि भाई नहीं, आपका इंस्ट्रूमेंट ठीक नहीं है, हमने तो पहले सबसे पहले चेक होता है पूरा इंस्ट्रूमेंट, उसके बाद वेरी थॉरो, बहुत पहले देखना पड़ता है कि ये इंस्ट्रूमेंट का क्या पोटेंशियल है। अब जैसे एक कंडीशन है आँख की केराटोकोनस, तो उसमें आँख के शेप चेंज हो जाती है कॉर्निया की, और उसके लिए कोई ट्रीटमेंट नहीं था। तो मैं कॉन्फ्रेंस पे गया, तो बार्सिलोना में कॉन्फ्रेंस थी। उस कॉन्फ्रेंस में फर्स्ट टाइम उन्होंने ट्रीटमेंट दिखाया कि ये बीमारी का नया ट्रीटमेंट आया है। ठीक, फर्स्ट टाइम कॉन्फ्रेंस में उन्होंने बताया कि इसका इलाज आया है। हॉल खत्म हुआ, मैं उनके स्टॉल पे गया, मैंने कहा मशीन है, कब सप्लाई होगी? कहते नहीं अभी नहीं बन रही। मैंने कहा आपके स्टॉल पे पड़ी है मशीन? वो बोले कि ये डेमो मशीन है। मैंने कहा मैं लेके जाऊंगा। तो मैं लेके आया, और सारे साउथ ईस्ट एशिया में, यूरोप में उस वक्त शुरू था, ट्रायल चल रही थी, सारे साउथ एशिया में केराटोकोनस का ट्रीटमेंट फर्स्ट टाइम हुआ। सो ये समझना कि नई टेक्नोलॉजी जो है वो कैसे है, आने वाले टाइम में कैसे काम करेगी, एग्जिस्टिंग टेक्नोलॉजी से कितनी फर्क है, वो टाइम और एक्सपीरियंस के साथ आता है। आज भी कोई जैसे आँख की एंजियोग्राफी होती है, वहाँ इंजेक्शन लगाया, आँख की फोटोग्राफ ली और एंजियोग्राफी की। इंजेक्शन से काफ़ी प्रॉब्लम होते हैं, किडनी ट्रांसप्लांट केस के नहीं कर सकते, स्किन येलो रहती है 2 दिन, यूरिन बहुत ऑरेंज कलर का आता है, एलर्जिक रिएक्शन हो सकता है। सो हमारे पास देन वी हैव द डाई फ्री एंजियोग्राफी, जाइस कंपनी की है, और जो फर्स्ट 60 मशीन बनी थी उन्होंने दे गेव इट टू द इम्पोर्टेंट सेंटर्स अक्रॉस द ग्लोब। सारे दुनिया में अच्छे अच्छे सेंटर्स पे उन्होंने 60 मशीन दी थी, जो हमारे पास भी एक थी। उसमें इंजेक्शन लगाने की जरूरत नहीं है, वो बगैर इंजेक्शन के वो हमें आँख की जो नाड़ी का डिटेल्स बताती है, ज़्यादा बारीकी से जो पहले बताती थी। अब आँख की कितनी प्रॉब्लम्स हैं, डायबिटिक रेटिनोपैथी है, एज रिलेटेड मैकुलर डिजनरेशन है, CSR है, काफ़ी कंडीशन है जिनमें हमें हर विजिट पे प्रोग्रेस देखने के लिए एंजियोग्राफी चाहिए। पर अगर इंजेक्शन वाली एंजियोग्राफी है वो हम हर दूसरे दिन तीसरे दिन नहीं कर सकते। सो दैट वे जैसे जैसे कोई नई चीज़ आती है, मैं बता रहा था कि 3D व्यू सिस्टम आया सर्जरी करने का। आई ट्राइड इट वंस, आई लाइक इट, सो आई गॉट इट। अभी तक वो पूरे कंट्री में मेरा ख्याल है 5-6 से मशीन, अभी तक भी 5-6 से ज़्यादा नहीं होंगी। सो ये देखना कि क्या चीज़ आ रही है, क्या डेवलपमेंट हो रही है, और उसका हमारे पेशेंट्स के लिए क्या एडवांटेज होगा, दैट इज वेरी इंपॉर्टेंट। व्हेनेवर आई फाइंड दिस विल मेक इट बेटर फॉर आवर पेशेंट्स, विल गो। जो काला मोतिया जाता है आईज में, तो उसका एक्चुअली कोई ज्यादा वो होता नहीं ट्रीटमेंट, तो आपने उसके लिए क्या निकाला? काला मोतिया जो है इसको ग्लाकोमा भी बोलते हैं। काले मोतिये का मतलब है कि आँख में जो नॉर्मल प्रेशर है, आँख की शेप मेंटेन करने के लिए उसमें प्रेशर चाहिए। जैसे फुटबॉल को गोल रखने के लिए उसमें प्रेशर चाहिए, तो आँख की शेप मेंटेन करने के लिए उसमें प्रेशर चाहिए। अगर वो प्रेशर बढ़ जाएगा तो जो आँख के अंदर नज़र के सेल हैं वो डेड होना शुरू हो जाते हैं, और ये इतनी स्लोली डेड होते हैं कि जिसको काला मोतिया हो रहा है उसको पता नहीं लगता, और इसके कोई चिन्ह नहीं होते। जिसको काला मोतिया शुरू हो गया उसको पता नहीं चलेगा जब तक उसकी 80-90 विजन चली नहीं गई, क्योंकि इससे बाहर की नज़र कम होती है। तो आप बाहर की नज़र बहुत कम यूज़ करते हैं और आप एडजस्ट करते जाते हैं, उसको पता नहीं चलता आपको। सो इसलिए क्योंकि इसका कोई चिन्ह नहीं है, और ये नज़र को जो काले मोती से नज़र चली जाती है वो दोबारा नहीं आती, वो परमानेंट लॉस है। जो सफ़ेद मोती से नज़र जाती है वो ऑपरेशन के बाद पूरी वापस आ जाएगी, जो काले मोती से नज़र गई है वो दोबारा वापस नहीं आती। इसलिए सबसे ज़्यादा ज़रूरी चीज़ है अर्ली डायग्नोसिस। अर्ली डायग्नोसिस के लिए जितनी भी इक्विपमेंट पॉसिबल है वो हमारे पास है। दूसरा चाहिए कि एक्सपर्ट जो उनको टेस्ट को इंटरप्रेट करे और सही ट्रीटमेंट शुरू करे। उसके बाद कई केसेस में लेज़र की ज़रूरत पड़ती है, वी हैव द लेज़र। कई केसेस में शंट डालने की ज़रूरत पड़ती है, कई केसेस में सर्जरी करने की ज़रूरत पड़ती है, और सबसे ज़्यादा ज़रूरी है फॉलोअप, कि हर विजिट पे पेशेंट के क्या है। हमें जब ग्लाकोमा क्लिनिक में वो पेशेंट का रिकॉर्ड खोलते हैं तो उनके आँख के प्रेशर का ग्राफ आ जाता है, उनको पता लग जाता है कि इसका प्रेशर कैसे वेरी कर रहा है लास्ट विजिट से या पहली विजिट से लेके अब तक। So the combination of talent and technology both is
giving patients a great advantage of preserving their vision even if they have developed glaucoma. सर आपका बहुत बहुत थैंक यू। थैंक यू सो मच। आपका भी बहुत बहुत शुक्रिया प्रोग्राम देखने के लिए। मेरा वाला सेंटर यहाँ पर डे केयरिंग पेशेंट्स के लिए हम देख सकते हैं कि कैंटीन का प्रबंध है, रेडीमेड यहाँ पर कॉफ़ी टी स्नैक्स आप लोग खा सकते हैं।